ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਪਿਚਰਮਾਨ। ਸਾਡੇ ਨਾਲ ਐਗਰੀਕਲਚਰ ਇਕੋਨੋਮਿਸਟ ਪ੍ਰੋਫੈਸਰ ਦਵਿੰਦਰ ਸ਼ਰਮਾ ਇੱਥੇ ਮੌਜੂਦ ਨੇ। ਸਰ, ਅਸੀਂ ਨੀਤੀਆਂ ਬਹੁਤ ਬਣਾਉਂਦੇ ਨੇ। ਅੱਜ ਵੀ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਇਸੇ ਵਾਸਤੇ ਰੱਖਿਆ ਗਿਆ ਕਿ ਬਦਲਾਅ ਦੇ ਬੀਜ ਬੀਜਣ ਨੇ, ਲੇਕਿਨ ਸਭ ਤੋਂ ਵੱਡੇ ਮੇਨ ਕਾਰਕ ਜੇ ਆਪਾਂ ਕਈ ਹਰਡਲਸ ਆਉਂਦੀਆਂ ਨੇ, ਰੁਕਾਵਟ ਕਿੱਥੇ ਆਉਂਦੀਆਂ ਨੇ? ਜੇ ਅਸੀਂ ਨੀਤੀਆਂ ਬਣਾਉਂਦੇ ਹੈਗੇ ਆ ਤਾਂ ਨੀਤੀ ਬਣਾਉਣ ਵਾਲਿਆਂ ਨੂੰ ਜਿਹੜਾ ਹੈਗਾ ਕਿ ਬਈ ਗਰਾਊਂਡ ਰਿਐਲਿਟੀ ਕੀ ਹੋਣੀ ਚਾਹੀਦੀ ਉਹਦੇ ਨਾਲ ਘੱਟ ਉਹਦਾ ਅਵਗਤ ਹੁੰਦੇ ਹੈਗੇ ਆ, ਐਂਡ ਦੈਟ ਇਜ਼ ਵਾਈ ਵੀ ਹੈਵ ਪਾਲਿਸੀਜ਼ ਵਿਚ ਆਰ ਨਾਟ ਇਨ ਦੀ ਰਾਈਟ ਡਾਇਰੈਕਸ਼ਨ। ਉੱਦਾਂ ਤਾਂ ਸਾਰੇ ਬੋਲਦੇ ਨੇ ਕਿ ਹੁਣ ਜੇ ਹੈ ਆਪਣਾ ਜੇ ਕਿ ਖੇਤੀ ਇਸ ਵਾਰ ਵੱਖਰੀ ਕਰਨੀ ਚਾਹੀਦੀ ਹੈ, ਮੂੰਗੀ ਦਾਲ ਲਾਓ, ਇਹ ਲਾਓ, ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਜਾਂਦੀ ਹੈ ਜਦ ਆਪਾਂ ਕਹੀਏ ਕਿ ਵੀਟ ਕੱਟਦੇ ਨੇ ਉਸ ਤੋਂ ਬਾਅਦ ਜਦ ਵਾਪਸ ਬੀਜਣਾ ਹੈਗਾ ਉਹ ਘੱਟ ਸਮਾਂ ਹੈਗਾ, ਮਹੀਨੇ ਦਾ ਵੀ ਨਹੀਂ ਹੈਗਾ, 20 ਕੁ ਦਿਨ ਦਾ ਹੈਗਾ। ਉਸ ਦਿਨ ਦੇ ਵਿਚਕਾਰ ਅਗਰ ਪਰਾਲੀ ਨਾ ਸਾੜਨ ਤਾਂ ਫਿਰ ਬੀਜ ਕਿਵੇਂ ਬੀਜੇ ਜਾਣਗੇ ਤਾਂ ਫਿਰ ਖੇਤੀ ਕਿਵੇਂ ਹੋਊਗੀ? ਦੇਖੋ, ਇਹ ਤਾਂ ਗੱਲ ਬਿਲਕੁਲ ਸਾਫ਼ ਹੈ ਕਿ ਬਈ ਛੋਟੀ ਵਿੰਡੋ ਹੁੰਦੀ ਹੈਗੀ ਹੈ। ਪੈਡੀ ਹਾਰਵੈਸਟ ਤੋਂ ਬਾਅਦ ਹਾਰਵੈਸਟ ਵੀ ਕਰਨਾ ਹੈ। ਬਾਰਿਸ਼ਾਂ ਤੇ ਹੜ੍ਹ ਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ-ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਨੇ ਫਿਰ ਉਹਦੀ ਮਾਰਕੀਟਿੰਗ ਵੀ ਕਰਨੀ ਹੈ, ਮੰਡੀ 'ਚ ਵੀ ਲੈ ਕੇ ਜਾਣਾ ਹੈਗਾ, ਉਹ ਸਭ ਕੁਝ ਕਰਾ ਕੇ ਫਿਰ ਉਹਨੇ ਸੋਇੰਗ ਦੀ ਪ੍ਰੋਸੈਸ ਵੀ ਸ਼ੁਰੂ ਕਰਨੀ ਹੈ। ਤਾਂ ਛੋਟੀ ਵਿੰਡੋ ਹੁੰਦੀ ਹੈ ਤੇ ਕਿਸਾਨ ਸਿੰਪਲ ਤਰੀਕਾ ਉਹਦੇ ਵਾਸਤੇ ਕਿ ਮਾਚਿਸ ਲਗਾ ਦਿਓ ਤਾਂ ਉਹ ਸਭ ਤੋਂ ਅੱਛਾ ਤਰੀਕਾ ਹੋ ਸੀਗਾ। ਬਲਕਿ ਇਹ ਡੋਂਟ ਥਿੰਕ ਕਿ ਕਿਸਾਨ ਬੇਵਕੂਫ ਹੈਗਾ, ਉਹ ਆਪਣੀ ਅਕਲ ਦੇ ਨਾਲ ਕਰ ਰਿਹਾ ਸੀਗਾ, ਐਸਾ ਨਹੀਂ ਹੈ। ਉਹਨੂੰ ਓਵਰ ਦੀ ਈਅਰਸ ਡਿਪਾਰਟਮੈਂਟ ਐਗਰੀਕਲਚਰ ਨੇ ਔਰ ਯੂਨੀਵਰਸਿਟੀਜ਼ ਨੇ ਇਹੀ ਸਿਖਾਇਆ। ਇਹਨਾਂ ਦੀ ਰਿਕਮੈਂਡੇਸ਼ਨ ਸੀਗੀ ਕਿ ਤੁਸੀਂ ਇਹਨੂੰ ਅੱਗ ਲਾ ਦਿਓ, ਤਾਂ ਉਹ ਲਗਾਉਂਦਾ ਗਿਆ ਅੱਗ। ਹੁਣ ਅਸੀਂ ਕਹਿੰਦੇ ਕਿ ਕਿਸਾਨ ਗਲਤੀ ਕਰ ਰਿਹਾ ਹੈਗਾ, ਅਸੀਂ ਉਹਨਾਂ ਨੂੰ ਸਾਇੰਟਿਸਟ ਨੂੰ ਡਿਪਾਰਟਮੈਂਟ ਨੂੰ ਤਾਂ ਨਹੀਂ ਅਸੀਂ ਸਵਾਲ ਕਰਦੇ ਨਾ ਕਿ ਗਲਤੀਆਂ ਤਾਂ ਉਹਨਾਂ ਦੀ ਸੀਗੀਆਂ। ਜਿਹੜਾ ਕਿਸਾਨ ਅੱਜ ਉਹ ਭੁਗਤ ਰਿਹਾ ਹੈਗਾ, ਉਹਨਾਂ ਦਾ ਜਿਹੜਾ ਇੰਪੈਕਟ ਜਿਹੜਾ ਹੈਗਾ ਉਹ ਕਿਸਾਨ ਨੂੰ ਫੇਸ ਕਰਨਾ ਪੈ ਰਿਹਾ ਹੈ ਨਾ ਸੋਸਾਇਟੀ ਤਰਫੋਂ। ਸੋ ਮੇਰਾ ਸਬਮਿਸ਼ਨ ਇਹ ਹੈ ਕਿ ਵੀ ਹੁਣ ਇਹ ਇਸ਼ੂ ਇੰਨਾ ਬੜਾ ਬਣ ਗਿਆ ਹੈਗਾ, ਲੈਟ ਅਸ ਟਰਾਈ ਟੂ ਐਡਰੈਸ ਇਟ ਇਨ ਅ ਮੈਨਰ ਕਿ ਵਿਚ ਇਜ਼ ਸਸਟੇਨੇਬਲ ਐਂਡ ਇਕਨੋਮਿਕਲੀ ਵਾਇਬਲ। ਤੁਸੀਂ ਅਗਰ ਇਹ ਸੋਚੋ ਕਿ ਵੀ ਇੱਕ ਮਸ਼ੀਨ ਆ ਗਈ ਹੈ, ਦੂਜੀ ਮਸ਼ੀਨ ਆ ਗਈ ਹੈ, ਤੀਜੀ ਮਸ਼ੀਨ ਆ ਗਈ ਹੈ, ਅੱਜ ਇੱਕ 5 ਸੈੱਟ ਦਾ ਮਸ਼ੀਨਾਂ ਦਾ ਸੈੱਟ ਹੈਗਾ ਜਿਹੜਾ ਕਿਸਾਨਾਂ ਨੂੰ ਬੋਲਿਆ ਜਾ ਰਿਹਾ ਕਿ ਤੁਸੀਂ ਖਰੀਦੋ ਇਹਨੂੰ। ਹਾਂਜੀ, ਅੱਜ ਇੰਨੀ ਮਸ਼ੀਨਾਂ ਹੋ ਗਈਆਂ ਪੰਜਾਬ ਵਿੱਚ। ਮੈਂ ਇੱਕ ਡਾਟਾ ਦੇ ਰਿਹਾ ਸੀਗਾ ਕਿ 1,37,000 ਮਸ਼ੀਨਾਂ ਤਾਂ ਪੈਡੀ ਵਾਸਤੇ ਸਟਬਲ ਮੈਨੇਜ ਕਰਨ ਵਾਸਤੇ ਤਿਆਰ ਹੈਗੀਆਂ ਹੈ ਨਾ। ਤਾਂ 1,37,000 ਅਗਲੇ ਸਾਲ ਕਹਿੰਦੇ ਕਿ 1.5 ਲੱਖ ਹੋ ਜਾਣਗੀਆਂ। ਇਨ ਦਿਸ ਰੇਸ਼ੀਓ ਅਸੀਂ ਤਾਂ ਪੰਜਾਬ ਨੂੰ ਇੱਕ ਜੰਕ ਯਾਰਡ ਬਣਾ ਦੇਵਾਂਗੇ। 5 ਸਾਲ ਬਾਅਦ ਇੱਕ ਪੰਜਾਬ ਨੂੰ ਇੱਕ ਹੋਰ ਪ੍ਰੋਬਲਮ ਫੇਸ ਕਰਨਾ ਪਏਗਾ ਵਿਚ ਇਜ਼ ਜੰਕ ਯਾਰਡ ਆਫ ਮਸ਼ੀਨਸ। ਉਹਦੇ ਵਿੱਚੋਂ ਨਿਕਲਣਾ ਪਏਗਾ। ਮੇਰਾ ਸਬਮਿਸ਼ਨ ਸਿਰਫ ਇਹ ਕਿ ਕਿਉਂ ਨਹੀਂ ਸਾਡੇ ਪਾਲਿਸੀ ਮੇਕਰ ਐਸਾ ਸੋਲੂਸ਼ਨ ਲੱਭ ਸਕਦੇ ਜਾਂ ਕਰਦੇ ਕਿ ਵੀ ਤੁਸੀਂ ਇੱਕ ਸਸਟੇਨੇਬਲ ਤਰੀਕੇ ਨਾਲ ਜਾਂ ਲੌਂਗ ਟਰਮ ਬੇਸਿਸ ਦੇ ਨਾਲ ਉਹਨੂੰ ਤੁਸੀਂ ਐਡਰੈਸ ਕਰ ਪਾਓ। ਯੂ ਡੋਂਟ ਕ੍ਰੀਏਟ ਅਨਦਰ ਪ੍ਰੋਬਲਮ ਨਾ। ਇਹ ਹੋਣਾ ਚਾਹੀਦਾ ਸੀਗਾ ਔਰ ਨਹੀਂ ਕੀਤਾ ਗਿਆ। ਸ਼ਰਮਾ ਜੀ, ਇਹ ਪੂਰੀ ਇੱਕ ਗੱਲ ਤੁਸੀਂ ਮੇਰੇ ਪਿਛਲੇ ਇੰਟਰਵਿਊ ਵਿੱਚ ਵੀ ਦੱਸੀ ਸੀ ਕਿ ਜੰਕ ਯਾਰਡ ਬਣ ਜਾਊਗਾ ਜਿਸ ਤਰੀਕੇ ਦੇ ਨਾਲ ਅਸੀਂ ਮਸ਼ੀਨ ਖਰੀਦ ਰਹੇ ਨੇ, ਲੇਕਿਨ ਜੇ ਹੁਣ ਤੁਸੀਂ ਪ੍ਰੋਗਰਾਮ ਬਣਾਇਆ, ਕਿਸਾਨਾਂ ਨੂੰ ਵਿੱਚ ਸ਼ਾਮਿਲ ਕੀਤਾ, ਉਹਨਾਂ ਦੀ ਸਮੱਸਿਆਵਾਂ ਨੂੰ ਸਮਝਿਆ ਤੇ ਹੁਣ ਜੇ ਸੋਲੂਸ਼ਨ ਲੈ ਕੇ ਆਏ ਹੋ ਉਹ ਕੀ ਹੈ? ਦੇਖिए, जो आई थिंक लेट्स नॉट मिक्स अप टू थिंग्स। जिन्हों की अज कॉन्फ्रेंस हैगी है दे आर अ डिफरेंट ग्रुप। मैं तो सिर्फ मैंने तो इनवाइट किया सीगा टू प्रेजेंट द की नोट एड्रेस। सो वो की कर रहे हैं वो आई थिंक वी हैव टू लिसन टू दैम, है ना। एक गल हो गई है। लेकिन जो दूसरा है कि वॉट एग्जैक्टली द वे वी लुक एट इट, मेरा मानना है कि भाई देवर कपल ऑफ इशूज़ थ्रोन विच आर वेरी इंपॉर्टेंट। एक गल तो है कि भी किसानों ਨੂੰ खुद किसानों ने ऑफर किया है, कई बार कह चुके हैं कि भी तुसी सानू जेल च ना भेजो, तुसी FIR दर्ज ना करो, साढ़े होर लैंड रिकॉर्ड्स खराब किए जाते हैं, वो करन दी जरूरत नहीं है। तुसी सानू 200 रुपए पर क्विंटल सानू एडिशनल दे दिओ, असी तुहाडा सारा मैनेज कर देवांगे। ਉਹਨਾਂ ਕਹਿਣ ਦਾ ਮਤਲਬ ਹੈ ਕਿ ਅਸੀਂ ਸਾਰਾ ਮੈਨੇਜ ਕਿ ਚਾਹੇ ਉਹ ਮਲਚਿੰਗ ਕਰਨ, ਕੰਪੋਸਟਿੰਗ ਕਰਨ ਜਾਂ ਰੀਪਲਾਅ ਕਰਨ ਉਹਨੂੰ ਫੀਲਡ ਵਿੱਚ, ਉਹ ਵੀ ਕਰਨਗੇ ਨਾਲ। ਉਹ ਅਗਰ ਮਸ਼ੀਨ ਦਾ ਉਪਯੋਗ ਕਰਨਾ ਤਾਂ ਉਹ ਵੀ ਕਰਨਗੇ। ਠੀਕ ਹੈ, ਦੋਨੋਂ ਕੰਮ ਕਰਨ ਨੂੰ ਤਿਆਰ ਹੈ। ਔਰ ਇਹ ਵੀ ਤੁਸੀਂ ਜਾਣਦੇ ਹੋ ਕਿ ਬਈ ਇੰਨਾ ਬੜੇ ਇਸ਼ੂ ਹੈ ਪੰਜਾਬ ਦਾ, 200 ਲੱਖ ਟਨ ਘੱਟ ਕੁਆਂਟੀਟੀ ਨਹੀਂ ਹੁੰਦੀ ਹੈ। ਉਹ ਜਿਹੜੀ ਕੁਆਂਟੀਟੀ ਨੂੰ ਨਾ ਤਾਂ ਕੋਈ ਸਰਕਾਰ ਐਡਰੈਸ ਕਰ ਸਕਦੀ ਹੈ, ਨਾ ਕੋਈ ਪ੍ਰਾਈਵੇਟ ਕੰਪਨੀ ਕਰ ਸਕਦੀ ਹੈ, ਔਰ ਉਹਨੂੰ ਕਿਸਾਨ ਹੀ ਐਡਰੈਸ ਕਰ ਸਕਦਾ। ਜਦ ਕਿਸਾਨ ਕਹਿ ਰਿਹਾ ਹੈ, ਵਾਈ ਆਰ ਵੀ ਨਾਟ ਵਿਲਿੰਗ ਟੂ ਡੂ ਇਟ? ਜੇ ਅਸੀਂ 2000 ਕਰੋੜ ਰੁਪਏ ਕਿਸਾਨਾਂ ਨੂੰ ਦੇਣਾ ਪਿਆ ਸਰਕਾਰ ਨੂੰ ਸੈਂਟਰ ਗਵਰਨਮੈਂਟ ਤਰਫੋਂ, ਕਿਉਂ ਸੈਂਟਰ ਗਵਰਨਮੈਂਟ ਆਪਣੀ ਉਹਨੂੰ ਹੱਥ ਪਿੱਛੇ ਖਿੱਚ ਲੈਂਦੀ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ? ਮੇਰਾ ਸਿਰਫ ਇਹ ਕਹਿਣਾ ਕਿ ਤੁਸੀਂ 2000 ਰੁਪਏ ਹਿਊਮਨ ਇਨਵੈਸਟਮੈਂਟ ਕਦ ਕਰੋਗੇ? ਤੁਸੀਂ ਹਰ ਮਸ਼ੀਨਾਂ 'ਤੇ ਇਨਵੈਸਟਮੈਂਟ ਕਰਨ ਨੂੰ ਤਿਆਰ ਹੋ। ਵੈਨ ਵਿਲ ਯੂ ਸਟਾਰਟ ਇਨਵੈਸਟਿੰਗ ਔਨ ਹਿਊਮਨ ਬੀਂਗਸ? ਹਿਊਮਨ ਬੀਂਗਸ ਹੀ ਜਵਾਬ ਹੈਗੇ ਉਹਦੇ। ਸੋ ਉਹ ਕਿਉਂ ਨਹੀਂ ਕਰ ਸਕਦੇ ਅਸੀਂ? ਤੁਹਾਨੂੰ ਕੀ ਲੱਗਦਾ ਕੇਂਦਰ ਕਿਉਂ ਨਹੀਂ ਜਾਰੀ ਕਰ ਰਿਹਾ ਇਸ ਤਰ੍ਹਾਂ ਦੇ ਫੰਡਸ? ਜਾਂ ਕਿ ਕਿਉਂਕਿ ਕਿਸਾਨ ਤਾਂ ਰੀੜ ਦੀ ਹੱਡੀ ਹੈ ਸਾਡੀ ਆਪ ਦੀ। ਇਹ ਅਸੀਂ ਗੱਲਾਂ ਹੀ ਕਰਦੇ ਹਾਂ ਕਿ ਉਹ ਰੀੜ ਦੀ ਹੱਡੀ ਹੈਗੀ ਹੈ। ਸੱਚਾਈ ਇਹ ਹੈਗਾ ਕਿ ਬਈ ਐਵਰੀਬਡੀ ਵਾਂਟਸ ਕਿ ਕਿਸਾਨ ਖੇਤੀ ਛੱਡ ਕੇ ਬਾਹਰ ਜਾਏ। ਸਾਡੀ ਇਕਨੋਮਿਕ ਸੋਚ ਜਿਹੜੀ ਦੇਸ਼ ਦੀ ਹੈਗੀ ਹੈ ਉਹੀ ਹੈ ਕਿ ਖੇਤੀ 'ਚੋਂ ਲੋਕਾਂ ਨੂੰ ਕੱਢ ਕੇ ਤੁਸੀਂ ਸ਼ਹਿਰ ਵਿੱਚ ਲੈ ਕੇ ਆਓ।
ਔਰ ਮੇਰੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਨੇ ਵੀ ਕਿਹਾ ਸੀਗਾ ਕਿ ਬਈ ਜਦ ਤੱਕ ਸਭ ਤੋਂ ਬੜਾ ਰਿਫਾਰਮ ਹਿੰਦੁਸਤਾਨ ਦਾ ਤਾਂ ਹੋਏਗਾ ਜਦ ਤੱਕ ਅਸੀਂ ਖੇਤੀ 'ਚੋਂ ਲੋਕਾਂ ਨੂੰ ਕੱਢ ਕੇ ਸ਼ਹਿਰ ਵਿੱਚ ਨਹੀਂ ਲੈ ਕੇ ਆਉਂਦੇ, ਕਿਉਂਕਿ ਸ਼ਹਿਰ ਵਿੱਚ ਦਿਹਾੜੀ ਮਜ਼ਦੂਰ ਦੀ ਜ਼ਰੂਰਤ ਹੈ। ਜੇ ਇਹ ਤੁਹਾਡੀ ਸੋਚ ਹੈ ਤਾਂ ਤੁਹਾਡਾ ਸੋਲੂਸ਼ਨ ਵੀ ਤਾਂ ਉਸ ਤਰੀਕੇ ਨਾਲ ਹੀ ਆਉਣਗੇ ਨਾ। ਮੇਰਾ ਸਬਮਿਸ਼ਨ ਇਹ ਹੈ ਕਿ ਵੀ ਅਗਰ ਅਸੀਂ ਕਿਸਾਨ ਨੂੰ ਇੱਕ ਤਰ੍ਹਾਂ ਦੇ ਆਪਣੇ ਆਪ ਤੇ ਸੈਲਫ ਰਿਲਾਇੰਟ ਬਣਾ ਦੀਜੀਏ, ਕਿ ਉਹਨੂੰ ਪੈਸਾ ਦਿਓ, ਉਹਨੂੰ ਐਜੂਕੇਟ ਕਰੋ, ਦੋਨੋਂ ਚੀਜ਼ਾਂ ਨਾਲ ਚੱਲਣ ਸਾਈਮਲਟੇਨੀਅਸਲੀ, ਕਿਸਾਨ ਕਰੇਗਾ। ਜਦ ਕਿਸਾਨ ਕਹਿ ਰਿਹਾ ਅਸੀਂ ਕਰਨ ਨੂੰ ਤਿਆਰ ਹੈਗੇ ਹਾਂ ਤਾਂ ਸਾਨੂੰ ਕੀ ਦਿੱਕਤ ਆ ਰਹੀ ਹੈ? ਅਸੀਂ ਉਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ। ਮਸ਼ੀਨਾਂ ਦਾ ਦੇਖ ਲਓ ਤੁਸੀਂ ਹਾਲ, ਮੈਂ ਤੁਹਾਨੂੰ ਕਹਿ ਰਿਹਾ ਸੀਗਾ ਇੱਕ ਨਹੀਂ, ਦੋ ਨਹੀਂ, 5 ਮਸ਼ੀਨਾਂ ਹੈਗੀਆਂ ਜਿਹੜੀਆਂ ਅਸੀਂ ਕਿਸਾਨਾਂ ਨੂੰ ਕਹਿੰਦੇ ਖਰੀਦੋ ਜਾਂ ਸਬਸਿਡੀ 'ਤੇ ਲਓ, ਜੋ ਵੀ ਹੈ ਨਾ ਜੀ। ਉਹ ਮਸ਼ੀਨਾਂ ਦਾ ਜੰਜਾਲ ਜਿਹੜਾ ਤੁਸੀਂ ਕਹਿ ਰਹੇ ਹੋ, ਪਿਛਲੀ ਵਾਰੀ ਮੈਂ ਕਿਹਾ ਸੀਗਾ ਉਸ ਟਾਈਮ ਤਾਂ ਨੰਬਰ ਘੱਟ ਸੀਗਾ, ਅੱਜ 1,37,000 ਮਸ਼ੀਨਾਂ ਹੋ ਗਈਆਂ ਸਿਰਫ ਸਟਬਲ ਬਰਨਿੰਗ ਦੀਆਂ। ਹਾਂਜੀ, ਟਰੈਕਟਰ ਸਾਡੇ ਕੋਲ ਐਕਸਟਰਾ ਹੈਗੇ, 5 ਲੱਖ ਟਰੈਕਟਰ ਵੀ ਹੈਗੇ, ਹੋਰ ਮਸ਼ੀਨਾਂ ਉਹਦੇ ਨਾਲ ਜਿਹੜੀ ਜੁੜੀ ਹੋਈਆਂ ਉਹ ਵੀ ਹੈਗੀਆਂ ਪੰਜਾਬ ਹੀ। ਔਰ ਜਿਹੜੀਆਂ ਸਟਬਲ ਬਰਨਿੰਗ ਦੀ ਮਸ਼ੀਨਾਂ, ਇਹਨਾਂ ਦਾ ਤਾਂ ਰੋਲ ਹੀ 3 ਹਫ਼ਤੇ ਦਾ ਹੈਗਾ, ਸਾਰਾ ਸਾਲ ਤਾਂ ਖਾਲੀ ਪਈ ਰਹਿਣੀਆਂ। ਸੋ ਇਜ਼ ਦੈਟ ਦੀ ਰਾਈਟ ਵੇ? ਅੱਛਾ, ਇੱਕ ਹੋਰ ਸਵਾਲ ਹੈ, ਕਿਉਂਕਿ ਜਦ ਆਪਾਂ ਪੈਡਲ ਦੀ ਗੱਲ ਕਰਦੇ ਨੇ, ਕਹਿੰਦੇ ਨੇ ਕਿ ਬਿਜਲੀ ਵੀ ਬਣ ਸਕਦੀ ਹੈ, ਬਹੁਤ ਸਾਰੀ ਚੀਜ਼ਾਂ ਦੇ ਵਿਚਕਾਰ ਉਪਯੋਗ ਹੋ ਸਕਦਾ ਹੈ ਜੇ ਸਰਕਾਰ ਚਾਹੇ ਤਾਂ, ਕਿਉਂਕਿ ਕਿਸਾਨ ਤਾਂ ਇਹ ਸਭ ਕੁਝ ਕਰ ਨਹੀਂ ਸਕਦੇ, ਜਾਂ ਕੋਈ ਇੰਡਸਟਰੀ ਆਵੇ ਤਾਂ ਉਹ ਵੀ ਇਸਤੇਮਾਲ ਕਰ ਸਕਦੀ। ਤੁਹਾਨੂੰ ਲੱਗਦਾ ਕਿ ਇਹ ਹੱਲ ਹੋ ਸਕਦਾ ਹੈ ਕਿਸਾਨਾਂ ਦੇ ਲਈ? ਦੇਖੋ, ਇਹ ਹੱਲ ਜਿਹੜੇ ਹੈਗੇ ਆ, ਦੇਰ ਇਜ਼ ਨੋਬਡੀ ਡਿਨਾਇੰਗ ਇਟ ਕਿ ਨਹੀਂ ਹੋ ਸਕਦੇ, ਪਰ ਸਰਕਾਰ ਦੇ ਕੰਮ ਹੈਗੇ ਸੈਟਅਪ ਕਰਨਾ, ਪ੍ਰਾਈਵੇਟ ਸੈਕਟਰ ਇੰਡਸਟਰੀ ਸੈਟਅਪ ਕਰੇ। ਜਾਂ ਤਾਂ ਤੁਸੀਂ ਇਹ ਬੋਲੋ ਨਾ ਕਿ ਪ੍ਰਾਈਵੇਟ ਸੈਕਟਰ ਨੇ ਲਗਾਈ ਹੈ, ਕਿਸਾਨ ਜਲਾ ਰਹੇ ਹੈਗੇ, ਐਸਾ ਤਾਂ ਨਹੀਂ ਹੋਇਆ ਨਾ। ਤੁਸੀਂ ਇੰਡਸਟਰੀ ਲਗਾਓਗੇ ਤਾਂ ਕਿਸਾਨ ਆਏਗਾ। ਤੁਸੀਂ ਪਹਿਲੇ ਇੰਡਸਟਰੀ ਲਗਾ ਲਓ, ਦੈਨ ਡੋਂਟ ਬਲੇਮ ਦੀ ਫਾਰਮਰਸ ਨਾ ਕਿ ਅਸੀਂ ਨਹੀਂ ਕਰ ਪਾਏ ਆਪਣੀ ਡਿਊਟੀ, ਤਾਂ ਤੁਸੀਂ ਕਹੋ ਜੀ ਸਾਡੀ ਗਲਤੀ ਕਰਕੇ ਹੋ ਰਿਹਾ ਹੈਗਾ। ਪਰ ਤੁਸੀਂ ਇੱਕ ਤਰਫ ਇਹ ਕਹਿੰਦੇ ਹੋ ਜੀ ਅਸੀਂ ਇਹ ਲਗਾ ਰਹੇ ਹਾਂ, ਜਿੰਨੀ ਤੁਸੀਂ ਲਗਾ ਰਹੇ ਹੋ ਤਾਂ ਕੈਪੈਸਿਟੀ ਪੂਰੀ ਹੋ ਰਹੀ ਹੈ, ਕਿਸਾਨ ਤਾਂ ਦੇ ਰਿਹਾ। ਸੋ ਦੀ ਪੁਆਇੰਟ ਇਜ਼ ਕਿ ਉਹ ਪਰਸੈਂਟੇਜ ਹੀ ਬੜੀ ਘੱਟ ਹੈਗੀ ਹੈ ਟੋਟਲ ਜਿਹੜਾ ਹੈਂਡਲ ਕਰਨਾ ਆਪਾਂ, ਜਿਹੜੇ ਕੁਆਂਟੀਟੀ ਆਪਣੇ ਕੋਲ ਹੈਗੀ ਹੈ। ਸੋ ਡੋਂਟ ਬਲੇਮ ਦੀ ਫਾਰਮਰ, ਦੈਟ ਇਜ਼ ਦ ਪੁਆਇੰਟ ਆਮ ਟ੍ਰਾਈਂਗ ਟੂ ਮੇਕ। ਤੁਸੀਂ ਕਿਉਂ ਕਿਸਾਨ ਨੂੰ ਬਲੇਮ ਕਰ ਰਹੇ ਹੋ? ਤੁਸੀਂ ਆਪਣੀ ਜਿਹੜੀ ਇਨਕੈਪੈਸਿਟੀ ਹੈ ਜਾਂ ਇਨਕੈਪੇਬਿਲਿਟੀ ਹੈਗੀ ਜਾਂ ਤੁਸੀਂ ਨਹੀਂ ਅੱਜ ਤੱਕ ਕਰ ਪਾਏ, ਉਹਨੂੰ ਵੀ ਤਾਂ ਲੈ ਉਹਨਾਂ ਵਿੱਚ ਫੋਕਸ ਵਿੱਚ ਲੈ ਕੇ ਆਓ। ਤੁਸੀਂ ਇੱਕ ਉਦਾਹਰਨ ਦੇ ਰਹੇ ਸੀ ਬਾਹਰ ਵਿਦੇਸ਼ ਦਾ, ਕਿੱਥੇ ਜਿੱਥੇ ਹੁਣ ਲੋਕਾਂ ਦੀ ਲੋੜ ਨਹੀਂ ਪਊਗੀ ਕਿਸਾਨੀ ਕਰਨ ਲਈ, ਜਾਂ ਫਿਰ ਆਪਾਂ ਕਹੀਏ ਕਿ ਫਰੂਟ ਜਾਂ ਫਿਰ ਕਰੀਏ ਫਲ ਜਾਂ ਫਿਰ ਸਬਜ਼ੀ ਲਾਉਣ ਦੇ ਲਈ, ਉਹ ਹਵਾ ਦੇ ਵਿਚਕਾਰ ਕਿਸੇ ਬੈਕਟੀਰੀਆ ਦੇ ਰਾਹੀਂ। ਦੇਖੋ ਜੀ, ਉਹ ਦੈਟਸ ਅ ਡਿਫਰੈਂਟ ਇਸ਼ੂ, ਪਰ ਉਹ ਇਸ਼ੂ ਇਸ ਕਰਕੇ ਸਮਝਣਾ ਤਾਂ ਬਹੁਤ ਜ਼ਰੂਰੀ ਹੈ ਕਿ ਬਈ ਕਿਸੇ ਨੇ ਸਵਾਲ ਕੀਤਾ ਜਾਂ ਕਿਸੇ ਨੇ ਪੁਆਇੰਟ ਕੀਤਾ ਕਿ ਬਈ ਨੋ ਫਾਰਮਰ ਨੋ ਫੂਡ ਵਾਲੀ ਜਿਹੜੀ ਗੱਲ ਸੀਗੀ, ਮੈਂ ਲੋਕਾਂ ਨੂੰ ਥੋੜ੍ਹਾ ਇਹੀ ਕਹਿਣਾ ਚਾਹੁੰਦਾ ਕਿ ਬਈ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਦੁਨੀਆ ਕਿਸ ਤਰਫ ਜਾ ਰਹੀ ਹੈਗੀ ਹੈ, ਕਿਉਂਕਿ ਤੁਸੀਂ ਆਪਣੇ ਵਿੱਚ ਬੈਠੇ ਰਹੋ, ਬੋਲਦੇ ਰਹੋ ਕਿ ਨੋ ਫਾਰਮਰ ਨੋ ਫੂਡ। ਹੁਣ ਤਾਂ ਦੁਨੀਆ ਵਿੱਚ ਇੱਕ ਪ੍ਰਯਾਸ ਸ਼ੁਰੂ ਹੋ ਗਿਆ ਹੈਗਾ ਕਿ ਫਾਰਮਰਸ ਨੂੰ ਖੇਤੀ 'ਚੋਂ ਕੱਢੋ ਜਿੰਨੇ ਰਹਿ ਗਏ ਹੈਗੇ। ਅੱਜ ਜੋ ਤੁਸੀਂ ਗੱਲ ਕਰ ਰਹੇ ਸੀਗੇ, ਹਾਲੈਂਡ ਦਾ ਇੱਕ ਕਲਾਸਿਕ ਐਗਜ਼ਾਮਪਲ ਹੈ। ਹਾਲੈਂਡ ਨੇ 11,000 ਖੇਤ ਹੈ ਉਹਨਾਂ ਕੋਲ, ਔਰ ਸੈਕਿੰਡ ਬਿਗੇਸਟ ਐਕਸਪੋਰਟਰ ਹੈ ਐਗਰੀਕਲਚਰ ਦਾ ਦੁਨੀਆ ਵਿੱਚ। ਛੋਟੀ ਜਿਹੀ ਕੰਟਰੀ ਹੈ ਲੇਕਿਨ ਸੈਕਿੰਡ ਬਿਗੇਸਟ ਐਕਸਪੋਰਟਰ ਹੈ। ਉਹਦੇ ਬਾਵਜੂਦ ਵੀ ਉਹਨਾਂ ਨੇ 3,000 ਕਿਸਾਨਾਂ ਨੂੰ ਖੇਤੀ 'ਚੋਂ ਬਾਹਰ ਕੱਢਣ ਦਾ ਡਿਸੀਜ਼ਨ ਲੈ ਲਿਆ, ਔਰ ਨਾਲ ਇਹ ਵੀ ਬੋਲਤਾ ਹੈ ਕਿ ਤੁਸੀਂ ਕਿਤੇ ਵੀ ਯੂਰਪੀਅਨ ਯੂਨੀਅਨ ਵਿੱਚ ਤੁਹਾਨੂੰ ਕਿਤੇ ਖੇਤੀ ਦੁਬਾਰਾ ਨਹੀਂ ਤੁਸੀਂ ਕਰ ਸਕਦੇ। ਸੋ ਇਹ ਨਹੀਂ ਕਿ ਤੁਸੀਂ ਹਾਲੈਂਡ ਤੋਂ ਨਿਕਲ ਕੇ ਕਿਤੇ ਹੋਰ ਕਰ ਲਓਗੇ, ਉਹ ਵੀ ਨਹੀਂ ਕਰ ਸਕਦੇ। ਹਾਲੈਂਡ ਇੱਕ ਦੇਸ਼ ਹੋ ਗਿਆ ਜੋ 3,000 ਖੇਤਾਂ ਨੂੰ ਬਾਹਰ ਕੱਢੇਗਾ। ਦੈਟ ਇਜ਼ ਵਾਈ ਆਮ ਸੇਇੰਗ ਦੇयर इज़ अ ਵਾਰ ਅਗੇਂਸਟ ਫਾਰਮਰਸ। ਇੰਗਲੈਂਡ ਵਿੱਚ 5,000 ਕਿਸਾਨਾਂ ਨੂੰ ਖੇਤੀ 'ਚੋਂ ਬਾਹਰ ਕੱਢਿਆ ਜਾ ਰਿਹਾ। ਨਿਊਜ਼ੀਲੈਂਡ ਵਿੱਚ ਉੱਥੇ ਗਊਆਂ ਦਾ ਬਹੁਤ ਹੁੰਦੀਆਂ, ਗਊਆਂ ਦੇ ਕਰਕੇ ਉਹਨਾਂ ਦਾ ਜਿਹੜਾ ਗ੍ਰੀਨ ਹਾਊਸ ਗੈਸ ਐਮਿਸ਼ਨ ਜ਼ਿਆਦਾ ਵੱਧਦਾ ਹੈਗਾ, ਤਾਂ ਉੱਥੇ ਗਊਆਂ 'ਤੇ ਟੈਕਸ ਲਗਾਇਆ ਜਾ ਰਿਹਾ। ਉੱਥੇ ਖੇਤੀ 'ਚ ਲੋਕੀ ਬਾਹਰ ਨਿਕਲ ਰਹੇ ਹੈਗੇ। ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਜ਼ ਕਿ ਆਲ ਓਵਰ ਦੀ ਵਰਲਡ ਦੇयर इज़ ਅ ਔਨਸਲੌਟ ਔਨ ਫਾਰਮਰਸ। ਖੇਤੀ 'ਚ ਬਾਹਰ ਕੱਢੇ ਜਾ ਰਹੇ। ਹੁਣ ਤੁਸੀਂ ਬੋਲੋਗੇ ਫੂਡ ਕਿੱਥੋਂ ਆਏਗਾ? ਤੇ ਇਹ ਨਹੀਂ ਕਿ ਹਾਲੈਂਡ ਦੇ ਲੀਡਰਸ਼ਿਪ ਨੂੰ ਨਹੀਂ ਪਤਾ ਕਿ ਫੂਡ ਕਿੱਥੋਂ ਆਏਗਾ। ਉੱਥੇ ਉਹਨਾਂ ਨੇ ਇਹ ਕੀਤਾ ਕਿ ਇੱਕ ਸਭ ਤੋਂ ਬੜੀ ਇਨਸੈਕਟ ਫੈਕਟਰੀ ਜਿਹੜੀ ਹੈਗੀ ਹੈ ਹਾਲੈਂਡ 'ਚ ਲੱਗ ਗਈ ਹੈ। ਉੱਥੇ ਆਕਟੋਪਸ ਦੀ ਫੈਕਟਰੀ ਲੱਗ ਗਈ ਹੈਗੀ ਹੈ। ਆਕਟੋਪਸ ਜਿਹੜਾ ਇੰਨਾ ਮਾਸੂਮ ਜਿਹਾ ਮਤਲਬ ਸੀ ਐਨੀਮਲ ਹੈਗਾ, ਉਹਨੂੰ ਕਿਉਂ ਤੁਸੀਂ ਤੰਗ ਕਰ ਰਹੇ ਹੈਗੇ? ਉਹਦੇ ਵਿੱਚੋਂ ਅਸੀਂ ਪ੍ਰੋਟੀਨ ਕੱਢ ਕੇ, ਅੱਜ ਸਾਰਾ ਫੋਕਸ ਹੈ ਦੁਨੀਆ 'ਚ ਪ੍ਰੋਟੀਨ 'ਤੇ ਹੈਗਾ ਕਿ ਤੁਹਾਡੀ ਪ੍ਰੋਟੀਨ ਦੀ ਰਿਕੁਆਇਰਮੈਂਟ ਅਸੀਂ ਹੋਰ ਆਲਟਰਨੇਟਿਵ ਤਰੀਕੇ ਨਾਲ ਕੱਢਾਂਗੇ। ਆਲਟਰਨੇਟਿਵ ਤਰੀਕੇ ਕੀ ਹੈਗੇ ਕਿ ਤੁਸੀਂ ਇਨਸੈਕਟਸ ਬਗਸ ਇਹਨਾਂ ਤੋਂ ਤੁਸੀਂ ਹੁਣ ਫੂਡ ਬਣਾਓਗੇ, ਔਰ ਉਹ ਇਹ ਨਹੀਂ ਕਿ ਨਹੀਂ ਬਣਿਆ। ਤੁਸੀਂ ਉਹਨਾਂ ਦੇ ਪਦਾਰਥ ਦੇਖੋ, ਬੜੇ ਕਰੰਚੀ ਲੱਗਦੇ ਹੈਗੇ। ਕੁਝ ਜਿਹੜੇ ਜਾਂਦੇ ਉੱਥੇ, ਐਂਡ ਆਈ ਐਮ ਸ਼ੋਰ ਸਾਡੇ 2 ਫਿਲਮ ਸਟਾਰ ਗਈਆਂ ਉੱਥੇ, ਤਾਂ ਸਾਡੇ ਹਿੰਦੁਸਤਾਨ ਨੇ ਵੀ ਖਾਣਾ ਸ਼ੁਰੂ ਕਰ ਦੇਣਾ। ਸੋ ਦੀ ਪੁਆਇੰਟ ਆਮ ਟ੍ਰਾਈਂਗ ਟੂ ਮੇਕ ਇਜ਼ ਲੈਟ ਅਸ ਸੀ ਕਿ ਵੀ ਸਾਡਾ ਫੂਡ ਜਿਹੜਾ ਹੈਗਾ ਉਹ ਹੁਣ ਕਿਸਾਨ ਦੀ ਜ਼ਰੂਰਤ ਨਹੀਂ ਹੈ, ਐਂਡ ਯੂ ਆਰ ਨਾਟ ਯੂਜ਼ਿੰਗ ਦੀ ਲੈਂਡ, ਯੂ ਆਰ ਨਾਟ ਯੂਜ਼ਿੰਗ ਦੀ ਫਾਰਮਰ। ਜਿਹੜੀ ਫਿਨਲੈਂਡ ਵਿੱਚ ਸਭ ਤੋਂ ਬੜੀ ਫੈਕਟਰੀ ਲੱਗੀ ਹੈਗੀ ਹੈ ਫੂਡ ਦੀ, ਫਸਟ ਫੈਕਟਰੀ ਲੱਗੀ ਹੈਗੀ ਹੈ, ਦੇ ਆਰ ਫਰੋਮ ਦੀ ਏਅਰ ਦੇ ਟੇਕ ਆਊਟ ਦੀ ਡਿਫਰੈਂਟ ਐਲੀਮੈਂਟਸ ਜੋ ਉਹਨਾਂ ਨੂੰ ਚਾਹੀਦੇ ਹੈਗੇ, ਬੈਕਟੀਰੀਆ ਨਾਲ ਉਹਨੂੰ ਕਰਕੇ ਕ੍ਰਾਸ ਕਰਕੇ, ਜਾਂ ਜੋ ਵੀ ਉਹਨੂੰ ਮੈਕੈਨਿਜ਼ਮ ਜੋ ਵੀ ਹੋਏਗਾ ਪ੍ਰੀਸੀਜ਼ਨ ਫਾਰਮਿੰਗ ਦਾ, ਫਰਮੈਂਟੇਸ਼ਨ ਦਾ ਜੋ ਵੀ ਹੈ, ਉਹ ਕਰਕੇ they are producing food. They are saying we are not in the process of making food, we are actually in the process of creating more land. Look at the slogan. ਇੱਥੇ ਇੱਕ ਸਵਾਲ ਇਹ ਵੀ ਹੁੰਦਾ ਹੈ ਕਿ ਪੈਸੇ ਦੀ ਦੌੜ ਦੇ ਪਿੱਛੇ ਸ਼ਾਇਦ ਅਸੀਂ ਅਸਲ ਜ਼ਿੰਦਗੀ ਜਾਂ ਫਿਰ ਅਸਲ ਮੁੱਦਿਆਂ ਤੇ ਉੱਥੋਂ ਭਟਕ ਗਏ ਨੇ।
ਇਹ ਤਾਂ ਗੱਲ ਠੀਕ ਹੈ ਤੁਹਾਡੀ ਕਿ ਬਈ ਅਸੀਂ ਅਸਲੀ ਮੁੱਦਿਆਂ ਤੋਂ ਭਟਕ ਗਏ ਹਾਂ, ਲੇਕਿਨ ਮੇਰਾ ਮੰਨਣਾ ਹੈ ਕਿ ਬਈ ਅੱਜ ਕੱਲ੍ਹ ਦੀ ਸੋਸਾਇਟੀ ਵਿੱਚ ਵੀ ਐਟ ਲਾਰਜ ਅਗਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਬਈ ਇਟ ਇਜ਼ ਯੋਰ, ਅਗਰ ਤੁਹਾਡੀ ਇੰਨੀ ਐਬਿਲਿਟੀ ਹੈ ਔਰ ਯੂ ਆਰ ਵੈਲ ਇਨਫੋਰਮਡ, ਤਾਂ ਹੀ ਤੁਸੀਂ ਇਹ ਗੱਲਾਂ ਸੋਚ ਸਕਦੇ ਹੋ, ਤਾਂ ਹੀ ਆਪਣਾ ਨੈਰੇਟਿਵ ਨੂੰ ਤੁਸੀਂ ਬਦਲ ਸਕਦੇ ਹੋ, ਜਿਹਨੂੰ ਤੁਸੀਂ ਭਟਕਣਾ ਕਹਿੰਦੇ ਹੋਗੇ। ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਲੋਕਾਂ ਨੂੰ ਪਤਾ ਨਹੀਂ ਹੈਗਾ ਕਿ ਹੁਣ ਜਦ ਅਸੀਂ ਕਹਿ ਦਿੰਦੇ ਹਾਂ ਕਿ ਬਈ ਜਦ ਤੱਕ ਕਿਸਾਨ ਨਹੀਂ ਹੋਣਗੇ ਸਾਡੇ ਕੋਲ ਫੂਡ ਨਹੀਂ ਆਏਗਾ, ਦੁਨੀਆ ਵਿੱਚ ਤਾਂ ਉਲਟਾ ਹੋਣਾ ਸ਼ੁਰੂ ਹੋ ਗਿਆ। ਸੋ ਉਹ ਤਾਂ ਸਾਨੂੰ ਪਤਾ ਹੀ ਨਹੀਂ ਹੈਗਾ। ਤਾਂ ਜਾਂ ਤਾਂ ਅਸੀਂ ਦੁਨੀਆ ਤੋਂ ਕੱਟ ਆਫ ਹੈਗੇ ਹਾਂ, ਜਾਂ ਅਸੀਂ ਸੋਚਣਾ ਚਾਹੁੰਦੇ ਨਹੀਂ, ਨਾ ਸਮਝਣਾ ਚਾਹੁੰਦੇ ਹੈਗੇ ਹਾਂ। ਉਹਦਾ ਨੁਕਸਾਨ ਤਾਂ ਸੁਸਾਇਟੀ ਨੂੰ ਐਟ ਲਾਰਜ ਭੁਗਤਣਾ ਪਏਗਾ ਨਾ। ਤੁਸੀਂ ਇਹ ਨਾ ਸੋਚੋ ਕਿ ਇੰਡੀਆ ਵਿੱਚ ਨਹੀਂ ਹੋ ਰਿਹਾ। ਇੰਡੀਆ ਵਿੱਚ ਜਿੰਨੇ ਸਟਾਰਟਅਪ ਲੱਗੇ ਹੈਗੇ ਆ ਉਹਦੇ 'ਚ ਮੈਜੋਰਿਟੀ ਜਾਂ ਬਹੁਤ ਸਾਰੇ ਦੁਨੀਆ 'ਚ ਮੈਜੋਰਿਟੀ ਦੇਖ ਲਓ ਇੰਡੀਆ 'ਚ ਲੱਗੇ ਹੈਗੇ। ਦੇ ਆਰ ਇਨਟੂ ਫਰਮੈਂਟੇਸ਼ਨ, ਦੇ ਆਰ ਇਨਟੂ, ਹੁਣ ਤੁਸੀਂ ਸੋਚੋ ਕਿ ਕਦੀ ਸੋਚਿਆ ਆਪਾਂ ਕਿ ਅੰਡਾ ਜਿਹੜਾ ਹੈਗਾ ਉਹ ਮੁਰਗੀ ਦੀ ਜ਼ਰੂਰਤ ਨਹੀਂ ਹੈ, ਉਹ ਫਰਮੈਂਟੇਸ਼ਨ ਤੋਂ ਆ ਜਾਏਗਾ। ਆਰ ਵੀ ਟਾਕਿੰਗ ਅਬਾਊਟ ਇਟ? ਪਰ ਲੇਕਿਨ ਇੰਡੀਆ 'ਚ ਇੱਕ ਸਟਾਰਟਅਪ ਬਣਾ ਰਿਹਾ, ਉਹ ਸਾਨੂੰ ਪਤਾ ਹੀ ਨਹੀਂ ਹੈਗਾ, ਕਿਉਂਕਿ ਅਸੀਂ ਹਿੰਦੂ ਮੁਸਲਿਮ ਇਸ਼ੂ ਤੋਂ ਨਿਕਲਾਂਗੇ ਤਾਂ ਹੀ ਤਾਂ ਗੱਲ ਕਰਾਂਗੇ ਕੋਈ ਕੰਮ ਦੀ। ਕਿਉਂਕਿ ਸਰ ਪਲਾਂਟ ਬੇਸ ਹੁਣ ਮੀਟ ਵੀ ਆਉਣ ਲੱਗ ਪਿਆ ਹੈ, ਤੁਸੀਂ ਜਿਸ ਚੀਜ਼ ਦੀ ਗੱਲ ਕਰ ਰਹੇ ਹੋ ਉਸ ਮੁੱਦੇ ਤੇ ਗੱਲ ਕਰਦੇ ਨੇ, ਇਹ ਸਿਹਤ ਲਈ ਸਹੀ ਵੀ ਨਹੀਂ ਹੈ ਨੇ। ਸਿਹਤ ਵਾਸਤੇ ਤਾਂ ਕਹਿ ਨਹੀਂ ਸਕਦੇ ਤੁਸੀਂ, ਕਿਉਂਕਿ ਉਹ ਡਾਟਾ ਤੁਹਾਨੂੰ ਦੇਣਗੇ ਕਿ ਪ੍ਰੋਟੀਨ ਇੰਨਾ ਹੈ, ਸਭ ਕੁਝ ਹੈ, ਤੁਸੀਂ ਹਲੇ ਉਹ ਤਾਂ ਬਾਅਦ 'ਚ ਪਤਾ ਚੱਲੇਗਾ ਨਾ। ਹੁਣ ਤਾਂ ਤੁਸੀਂ ਉਹਨੂੰ ਐਕਸੈਪਟ ਕਰ ਲਿਆ ਜਾਂ ਗਵਰਨਮੈਂਟ ਐਕਸੈਪਟ ਕਰ ਰਹੀ ਹੈ, ਗਵਰਨਮੈਂਟ ਨੂੰ ਬੜਾ ਅਟਰੈਕਟਿਵ ਲੱਗਦਾ ਹੈ ਜਿਹੜਾ ਕਿ ਬਈ ਇੰਨੇ ਸਟਾਰਟਅਪਸ ਇਸ ਚੀਜ਼ ਤੇ ਕੰਮ ਕਰ ਰਹੇ ਹੈਗੇ ਆ। ਫਿਰ ਤੁਸੀਂ ਕਹਿੰਦੇ ਹੋ ਜੀ ਗਲੋਬਲ ਗ੍ਰੀਨ ਹਾਊਸ ਗੈਸ ਐਮਿਸ਼ਨ ਜਿਹੜੇ ਐਗਰੀਕਲਚਰ ਤੋਂ ਬਹੁਤ ਜ਼ਿਆਦਾ ਆਉਂਦੇ ਆ, ਤਕਰੀਬਨ 1/3 ਆਉਂਦੇ ਹੈਗੇ, ਉਹ ਤੋਂ ਵੀ ਨਿਕਲਣਾ ਹੈਗਾ। ਸੋ ਯੂ ਫਾਈਂਡ ਐਗਰੀਕਲਚਰ ਟੂ ਬੀ ਅ ਸੌਫਟ ਟਾਰਗੇਟ। ਇਹ ਸੌਫਟ ਟਾਰਗੇਟ ਹੈ, ਪਰ ਮੈਨੂੰ ਲੱਗਦਾ ਇਹਦਾ ਸੋਲੂਸ਼ਨ ਇੱਕੋ ਹੀ ਹੈ ਜੀ। ਇਹ ਸੋਲੂਸ਼ਨ ਇੱਕੋ ਹੀ ਹੈ ਕਿ ਜਦ ਅਸੀਂ ਲੋਕ ਆਮ ਜਨਤਾ ਜਦ ਅਵੇਅਰ ਹੋਏਗੀ ਕਿ ਵੀ ਦਿਸ ਇਜ਼ ਨਾਟ ਦੀ ਕਾਈਂਡ ਆਫ ਫੂਡ ਆਈ ਨੀਡ, ਤਾਂ ਹੀ ਪਤਾ ਚੱਲੇਗਾ। ਹੁਣ ਦੇਖੋ ਤੁਸੀਂ ਸੁਪਰਮਾਰਕੀਟ ਜਾਂਦੇ ਹੋ, ਤੁਸੀਂ ਡੇਅਰੀ ਪ੍ਰੋਡਕਟਸ ਲਓ, ਉੱਥੇ ਤੁਹਾਨੂੰ ਪਤਾ ਚੱਲੇਗਾ ਕਿ 10-15% ਜਿਹੜੀ ਤੁਸੀਂ ਆਈਸਕ੍ਰੀਮ ਲੈ ਰਹੇ ਹੋ ਜਾਂ ਮੈਜੋਰਿਟੀ ਆਈਸਕ੍ਰੀਮ ਜਿਹੜੇ ਬ੍ਰਾਂਡ ਆ ਰਹੇ ਅੱਜ ਕੱਲ੍ਹ, ਉਹ ਦੇ ਆਰ ਨਾਟ ਮੇਡ ਫਰਮ ਡੇਅਰੀ ਮਿਲਕ, ਦੇ ਆਰ ਨਾਟ ਮੇਡ ਫਰਮ ਡੇਅਰੀ। ਲੇਕਿਨ ਆਪਾਂ ਕੰਜ਼ਿਊਮ ਤਾਂ ਉਹੀ ਕਰਦੇ ਹਾਂ ਸੋਚ ਕੇ ਕਿ ਬੜਾ ਆਈਸਕ੍ਰੀਮ ਦੇ ਨਾਲ ਦੁੱਧ ਦਾ ਹੀ ਰਿਲੇਸ਼ਨ ਹੈ ਨਾ, ਤਾਂ ਉਹ ਤੁਸੀਂ ਕੰਜ਼ਿਊਮ ਕਰਦੇ ਹੋ, ਲੇਕਿਨ ਤੁਹਾਨੂੰ ਪਤਾ ਹੀ ਨਹੀਂ ਹੈਗਾ ਅਮਰੀਕਾ ਵਿੱਚ ਇਸ ਟਾਈਮ 15% ਜਿਹੜਾ ਦੁੱਧ ਆ ਰਿਹਾ ਹੈਗਾ, ਇਟ ਇਜ਼ ਨਾਟ ਕਮਿੰਗ ਫਰਮ ਡੇਅਰੀ, ਐਂਡ ਅਮਰੀਕਾ ਇਜ਼ ਦ ਸੈਕਿੰਡ ਬਿਗੇਸਟ ਪ੍ਰੋਡਿਊਸਰ ਆਫ ਮਿਲਕ ਇਨ ਦੀ ਵਰਲਡ। ਉਹਦੇ ਬਾਵਜੂਦ ਵੀ ਇਹ ਚੀਜ਼ਾਂ ਹੋ ਰਹੀਆਂ। ਸੋ ਮੇਰਾ ਸਬਮਿਸ਼ਨ ਸਿਰਫ ਹੈ ਕਿ ਥੋੜ੍ਹਾ ਦੇਖਣ ਦੀ ਕੋਸ਼ਿਸ਼ ਕਰੀਏ, ਸਮਝਣ ਦੀ ਕੋਸ਼ਿਸ਼ ਕਰੀਏ ਵੇਅਰ ਦੀ ਵਰਲਡ ਇਜ਼ ਮੂਵਿੰਗ ਇਨ ਵਿਚ ਡਾਇਰੈਕਸ਼ਨ। ਉਹ ਸਾਡੇ ਉੱਪਰ ਵੀ ਇੰਪੈਕਟ ਆ ਰਿਹਾ ਹੈਗਾ, ਐਂਡ ਜਦ ਤੱਕ ਸਾਡੇ ਕੋਲ ਆਏਗਾ ਇਹਨਾਂ ਨਾ ਕਿ ਸਡਨਲੀ ਅਸੀਂ ਵੀ ਆਰ ਕੌਟ ਇਨ ਦੀ ਰੋਂਗ ਫੁੱਟ, ਹੈ ਨਾ, ਜੋ ਇਨ ਦੀ ਰੋਂਗ ਫੁੱਟ, ਉਹ ਨਹੀਂ ਹੋਣਾ ਚਾਹੀਦਾ ਨਾ। ਦੈਟ ਇਜ਼ ਵਾਟ ਆਮ ਸੇਇੰਗ ਕਿ ਸਮਝੋ। ਮੈਂ ਇਹ ਨਹੀਂ ਕਹਿ ਰਿਹਾ ਕਿ ਅੱਜ ਹੀ ਹੋ ਜਾਏਗਾ, ਕੱਲ੍ਹ ਤੁਸੀਂ ਜਾਓਗੇ ਤੁਹਾਨੂੰ ਇਨਸੈਕਟ ਫੂਡ ਮਿਲੇਗਾ, ਲੇਕਿਨ ਇਨਸੈਕਟ ਫੂਡ ਇਜ਼ ਬਿਕਮਿੰਗ ਅ ਕ੍ਰੇਜ਼ ਨਾਓ ਆਲ ਓਵਰ ਦੀ ਵਰਲਡ। ਹੁਣ ਕੀ ਕਰੋਗੇ ਤੁਸੀਂ ਨੂੰ? ਬਹੁਤ ਵੱਡੇ ਸਵਾਲ ਜਿਹਨੇ ਦਵਿੰਦਰ ਸ਼ਰਮਾ ਜੀ ਨੇ ਚੁੱਕੇ ਨੇ, ਤੇ ਆਈ ਥਿੰਕ ਇਹ ਸਵਾਲ ਸਾਨੂੰ ਆਪ ਨੂੰ ਵੀ ਪੁੱਛਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਨੂੰ ਵੀ ਇਹ ਚੀਜ਼ਾਂ ਬਹੁਤ ਆਕਰਸ਼ਿਤ ਕਰਦੀਆਂ। ਬਾਹਰ ਦਾ ਖਾਣਾ, ਪ੍ਰੋਸੈਸ ਪੀਜ਼ਾ, 버ਗਰਸ, ਉਹ ਟਿੱਕੀ ਜੇ ਪ੍ਰੋਸੈਸ ਫੂਡ ਦੀ ਆਉਂਦੀ ਹੈ, ਉਹ ਕਿੱਥੋਂ ਆਉਂਦੀ ਹੈ? ਉਹ ਸਾਰੀ ਗੱਲਾਂ ਦੇ ਵਿਚਕਾਰ ਸਿਹਤ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਤੇ ਸਿਹਤ ਦੇ ਨਾਲ ਨਾਲ ਫਾਰਮਰਸ ਵੀ ਇੱਕ ਜਿਹੇ ਨੇ ਸਾਡੀ ਰੀੜ੍ਹ ਦੀ ਹੱਡੀ ਨੇ। ਭਾਵੇਂ ਅਸੀਂ ਅੱਜ ਕਹਿ ਰਹੇ ਨੇ, ਲੇਕਿਨ ਕੁਝ ਲੋਕ ਇਸ ਨੂੰ ਨਹੀਂ ਮੰਨਦੇ। ਲੇਕਿਨ ਸਭ ਤੋਂ ਵੱਡੀ ਗੱਲ ਹੈ, ਅਗਰ ਕਿਸਾਨ ਕਿਸਾਨੀ ਨਹੀਂ ਕਰੇਗਾ ਤਾਂ ਕੀ ਫਿਰ ਉਹ ਜੇ ਹੈ ਸੱਚ ਵਿੱਚ ਸ਼ਹਿਰਾਂ ਦੇ ਵਿਚਕਾਰ ਮਜ਼ਦੂਰੀ ਕਰੇਗਾ? ਬਹੁਤ ਵੱਡਾ ਸਵਾਲ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ TV।